प्यारे दर्शकों सत श्री अकाल, नमस्कार, आदाब। अज असी अकाली दल ते बीजेपी विच जिहड़ा गठजोड़ है पिछले लंबे समय तो चलता जा रहा सीगा। 1996 तो लैके हुण तक मतलब 24-25 साल हो गया। उस तो पहला भी गठजोड़ होंदा रहा तो गठजोड़ पिछले दिनी खत्म हो गया। अकाली दल जिहड़ा पहला वो वजारत चों बाहर आया, फिर वो जिहड़ा ये गठजोड़ चों बाहर आया। ये दोने कदमां बारे जिहड़े अकाली दल ने दोने कदम लए आ, इन्हां नूं लैके वख-वख राय आ गई। कोई कहंदा भी इहदे अकाली दल की राजनीतिक मजबूरी बन गया सी, किसानी उन्हां तो पासे जा रही सी, उन्हां कोल कोई रस्ता ही नहीं रह गया। पहला उन्हां नूं धर्म के खेत्र च मार पई, दूजा किसानी के खेत्र च मार पई, ते जे उन्हां ने अपना आधार बचाउणा सी उन्हां कोल इस गठजोड़ चों बाहर आए बिना कोई गुजारा ही नहीं सीगा। ते साडे नाल इस वेले पंजाब हरियाणा हाई कोर्ट के सीनियर एडवोकेट हरचंद सिंह बाट है, जिन्हां दा काफ़ी लम्मा चौड़ा राजनीतिक तजर्बा है। उन्हां तो जानने की कोशिश करांगे भी तुसीं ये गठजोड़ टुटण तो बारे की तुहाडी राय है, भी वाकई एक कंपलशन है जां कोई होर कारण है? जम्मू साहब पंजाबी दी जिहड़ा ना एक लोक गीत दियां कुछ सतरां ने जिहदे च ये कहा मुटिया जिहा उहदा ये है कि बड़े औखियां होके लाई सी यारा पर टुट गई कड़क करके। ये बड़ी लम्मी जिहड़ी आ इन्हां ने यारी निभाई, मतलब सारी प्रैस दे विच भी है कि जिहड़ा सब तो पुराना अलायंस जिहड़ा बीजेपी दे नाल इन्हां दा सी और बड़े लंबे समय तक जिहड़ा वा इन्हां दा अलायंस चलिया और ये सब दे सामने सी। मतलब बार बार इस गल दे बावजूद कि जिहड़ियां बीजेपी जिहड़ा है वो जिहड़ा लोकां दे खिलाफ, लोकां दे मसलियां दे खिलाफ, किसानी दे खिलाफ, मजदूरां दे खिलाफ, जनता दे खिलाफ, सैकुलरिज्म ਦੇ ਖਿਲਾਫ, ਧਰਮ ਨਿਰਪੱਖਤਾ ਦੇ ਖਿਲਾਫ ਤੇ ਨਾਲ ਹੀ ਜਿਹੜਾ ਸਟੇਟਾਂ ਦੇ ਜਿਹੜੇ ਅਧਿਕਾਰ ਨੇ ਜਿਹਨੂੰ ਅਸੀਂ ਫੈਡਰਲਿਜ਼ਮ ਕਹਿੰਦੇ ਆ, ਇਹ ਸਾਰੇ ਕੁਝ ਦੇ ਖਿਲਾਫ ਲਗਾਤਾਰ ਜਿਹੜੇ ਆ ਉਹ ਸਟੈਂਡ ਲੈਂਦੀ ਰਹੀ। ਚਾਹੇ ਉਹ ਗੁਜਰਾਤ ਦੇ ਦੰਗੇ ਹੋਏ ਹੋਣ, ਚਾਹੇ ਦਿੱਲੀ ਦੇ ਵਿੱਚ ਦੰਗੇ ਹੋਏ ਹੋਣ, ਚਾਹੇ ਹੋਰ ਕਈਆਂ ਜਗ੍ਹਾ ਤੇ ਉਹਨਾਂ ਦੀ ਜਿਹੜੀ ਆ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਿਹੜੀ ਆ ਟੁੱਟੀ। ਇਸੇ ਤਰ੍ਹਾਂ ਨਾਲ ਬਹੁਤ ਹੋਰ ਸਾਰੇ ਜਿਹੜੇ ਇਸ਼ੂਜ਼ ਸੀ ਜਿਹਦੇ ਵਿੱਚ ਜਿਹੜਾ ਬੀਜੇਪੀ ਸਰਕਾਰ ਸਿੱਧੇ ਤੌਰ ਤੇ ਜਿਹੜੇ ਰਾਜਾਂ ਦੇ ਅਧਿਕਾਰ ਸੀ, ਜਿਹੜੇ ਸੰਵਿਧਾਨ ਦੇ ਮੁਤਾਬਕ ਜਿਹੜੀ ਇੱਕ ਪਾਵਰਸ ਦੀ ਵੰਡ ਹੈ, ਜਿਹੜੀ ਅਧਿਕਾਰਾਂ ਦੀ ਵੰਡ ਹੈ, ਉਹਦੇ ਵਿੱਚ ਦਖਲਅੰਦਾਜ਼ੀ ਕਰਦੇ ਸੀ। ਤਾਂ ਇਹ ਸਾਰਾ ਕੁਝ ਚੁੱਪ ਕਰਕੇ ਅੱਖਾਂ ਮੀਟ ਕੇ ਸਹਿੰਦੇ ਰਹੇ। ਸ਼ਾਇਦ ਇਹਨਾਂ ਨੂੰ ਸਮੇਂ ਤੋਂ ਸਮੇਂ ਦੌਰਾਨ ਜਿਹੜੀ ਇੱਕ ਮਿਨਿਸਟਰੀ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਲੱਗਦਾ ਸੀ ਕਿ ਬਹੁਤ ਵੱਡੀ ਗੱਲ ਹੈ ਕਿ ਸਾਡਾ ਇੱਕ ਮਿਨਿਸਟਰ ਜਿਹੜਾ ਸੈਂਟਰ ਸੀ ਅੱਖਾਂ ਮੀਟ ਕੇ ਬੈਠੇ ਰਹੇ। ਮੈਂ ਦੱਸ ਦੇਵਾਂ ਜੰਮੂ ਸਾਹਿਬ, ਅਕਾਲੀ ਦਲ ਜਿਹੜਾ ਅੱਜ ਹੈ ਇਹ ਸ਼ਾਇਦ ਇਹੋ ਜਿਹਾ ਨਹੀਂ ਸੀ। ਇਹਨਾਂ ਦਾ ਇੱਕ ਬੜਾ ਇਤਿਹਾਸ ਰਿਹਾ ਹੈ, ਮਤਲਬ ਪ੍ਰੋਗਰੈਸਿਵ ਜਿਹੜਾ ਇਤਿਹਾਸ ਹੈ ਕਿਸੇ ਸਮੇਂ ਦੇ ਵਿੱਚ ਰਿਹਾ। ਦੇਖੋ ਐਮਰਜੈਂਸੀ ਦੇ ਖਿਲਾਫ ਜਿਹੜਾ ਵਾ ਉਹ ਮੋਰਚਾ ਲਾਉਣਾ, ਇਸ ਤਰ੍ਹਾਂ ਦੇ ਜਿਹੜੇ ਹੋਰ ਰਾਜਾਂ ਦੇ ਹੱਕਾਂ ਲਈ ਲਗਾਤਾਰ ਜਿਹੜਾ ਅਕਾਲੀ ਦਲ ਬਹੁਤ ਸ਼ੁਰੂ ਤੋਂ ਲੜਦਾ ਰਿਹਾ। ਪੰਜਾਬੀ ਸੂਬੇ ਦੇ ਲਈ ਜਿਹੜਾ ਵਾ ਲੜਾਈ ਲੜੀ, ਪੰਜਾਬੀ ਭਾਸ਼ਾ ਦੇ ਲਈ ਲੜਾਈ ਲੜੀ, ਬੜਾ ਚੰਗਾ ਰਿਹਾ। ਪਰ ਉਹ ਜਿਹੜਾ ਇੱਕ ਉਹਦਾ ਇਤਿਹਾਸਕ ਵਿਰਸਾ ਸੀ ਇੱਕ ਅਕਾਲੀ ਦਲ ਦਾ, ਉਹ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਉਹ ਇੱਕ ਨੁੱਕਰੇ ਜਾ ਕੇ ਜਿਹੜਾ ਉਹਨੂੰ ਕਹਿ ਦਈਏ ਕਿ ਉਹ ਰੱਖ ਕੇ ਤੇ ਉਹਦੇ ਉੱਤੇ ਬੱਠਲ ਰੱਖ ਕੇ ਤੇ ਬਿਲਕੁਲ ਉਹਨੂੰ ਖਤਮ ਜਿਹੜਾ ਵਾ ਉਹ ਕਰ ਦਿੱਤਾ ਗਿਆ ਸੀ। ਤੇ ਉਸ ਵੇਲੇ ਸ਼ੁਰੂ ਹੋਇਆ ਜਦੋਂ ਅਕਾਲੀ ਦਲ ਇੱਕ ਪਰਿਵਾਰ ਦਾ ਦਲ ਬਣ ਗਿਆ। ਤੁਸੀਂ ਵੇਖੋਗੇ ਕਿ ਤਿੰਨ ਮਿਨਿਸਟਰ ਇੱਕ ਸੈਂਟਰ ਦੇ ਵਿੱਚ ਹੈ, ਇੱਕ ਜਿਹੜਾ ਸਾਲਾ ਮਿਨਿਸਟਰ ਹੈ, ਇੱਕ ਆਪ ਖੁਦ ਹੈ, ਇੱਕ ਹੋਰ ਇਸ ਤਰ੍ਹਾਂ ਕਰਕੇ ਮਤਲਬ ਸਾਰਾ ਪਰਿਵਾਰ ਹੀ ਜਿਹੜਾ ਵਾ ਉਹ ਸਾਰੇ ਅਕਾਲੀ ਦਲ ਨੂੰ ਚਲਾ ਰਿਹਾ। ਇਹ ਜਦੋਂ ਇਹ ਸਾਰਾ ਕੁਝ ਜਿਹੜਾ ਆਇਆ ਇਹਦੇ ਵਿੱਚ ਜਿਹੜੀ ਇੱਕ ਗਿਰਾਵਟ, ਜਿਹੜੀ ਸਿਧਾਂਤਕ ਗਿਰਾਵਟ, ਜਿਹੜੀ ਅਸੂਲੀ ਗਿਰਾਵਟ ਜਿਹਦੇ ਤੇ ਕਦੇ ਅਕਾਲੀ ਦਲ ਜਿਹੜਾ ਉਹ ਖੜਦਾ ਹੁੰਦਾ ਸੀ, ਉਹ ਖਤਮ ਜਦੋਂ ਹੋਣ ਲੱਗ ਪਈ ਤਾਂ ਫਿਰ ਵੀ ਲੋਕਾਂ ਨੇ ਜਿਹੜੀ ਰਿਜ਼ੈਂਟਮੈਂਟ ਕੀਤੀ, ਪਹਿਲਾਂ ਟੋੜਾ ਸਾਹਿਬ ਨੇ ਕੀਤੀ, ਫਿਰ ਹੋਰ ਬੜੇ ਲੀਡਰਾਂ ਨੇ ਕੀਤੀ। ਪਰ ਕਿਉਂਕਿ ਇੱਕ ਜਕੜ ਬਹੁਤ ਵੱਡੀ ਸੀ, ਇਸ ਕਰਕੇ ਉਸ ਜਕੜ ਨੂੰ ਟੁੱਟਣ ਦੇ ਵਿੱਚ ਜਿਹੜਾ ਵਾ ਉਹ ਸਮਾਂ ਲੱਗਿਆ। ਹੁਣ ਜਿਹੜਾ ਹੋਇਆ ਮਤਲਬ ਜਿਸ ਇੱਕ WhatsApp ਮੈਂ ਇੱਥੇ ਪਿਛਲੇ ਦਿਨਾਂ 'ਚ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਹੁਣੀ ਟੁੱਟ ਕੇ ਗਏ, ਉਹਨਾਂ ਦਾ ਗਰੁੱਪ ਟੁੱਟਿਆ। फिर सुखदेव सिंह ढूंढसा वो टुटे। हाँ ये तो हुण दी गल जम्मू साहब, मैं तो पुरानी गल कर रहा। एक गल मैं होर कहनी चाहुंदा, मतलब बादल साहब कहंदे रहे भी साडा 9 मास दा रिश्ता है इन्हां नाल, वो टुटा। फिर वो कई बार कह दिंदे वे असीं तां साडा तां पति पत्नी वाला रिश्ता। मजाक च किसी ने पुछ लिया एक दिन प्रैस कानफ्रेंस च भी पति कौन है तो पत्नी कौन। फिर बादल साहब इस सवाल नूं टाल गए। ये तो जे आपां उस दे विच जावांगे ना डुंगाई दे विच ਤਾਂ ਫਿਰ ਤਾਂ ਇਹੋ ਜਿਹੀਆਂ ਚੀਜ਼ਾਂ ਵਿੱਚੋਂ ਨਿਕਲਦੀਆਂ ਜਿਹਦੋਂ ਤੇ ਇਹ ਲੱਗਦਾ ਹੈ ਕਿ ਅਕਾਲੀ ਦਲ ਦੇ ਇਹਨਾਂ ਲੀਡਰਾਂ ਦੇ ਵਿੱਚ ਭੋਰਾ ਵੀ ਇੱਜ਼ਤ
ਤੇ ਸਵੈਮਾਨ ਜਿਹੜਾ ਇਹਨਾਂ ਦੇ ਵਿੱਚ ਬਿਲਕੁਲ ਹੀ ਖਤਮ ਹੋ ਗਿਆ ਸੀ ਇਸ ਲਾਲਚ ਦੇ ਨਾਲ ਕਿ ਸਾਨੂੰ ਇੱਕ ਮਿਨਿਸਟਰ ਜਾਂ ਦੋ ਮਿਨਿਸਟਰ ਸੈਂਟਰ ਦੇ ਵਿੱਚ ਜਿਹੜਾ ਵਾ ਉਹ ਚੱਲੀ ਜਾ ਰਿਹਾ। ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰ ਮੋਦੀ ਜਿਹੜਾ ਨਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਸ਼ਾਇਦ ਜਿਹੜਾ ਸੀ ਇੱਥੇ ਬਠਿੰਡੇ ਦੇ ਵਿੱਚ ਆਇਆ ਤਾਂ ਉਹਦੇ ਉੱਤੇ ਜਿਹੜਾ ਵਾ ਬਾਦਲ ਸਾਹਿਬ ਨੇ ਉਹਨਾਂ ਦੇ ਉੱਤੇ ਪੱਗ ਰੱਖੀ ਕਿ ਅਸੀਂ ਇਹਨੂੰ ਜਿਹੜਾ ਵਾ ਪੰਜਾਬ ਦੀ ਸ਼ਾਨ, ਵੇਖੋ ਪੱਗ ਜਿਹੜਾ ਵਾ ਉਹ ਇੱਕ ਪੰਜਾਬ ਦੀ ਸ਼ਾਨ ਤੇ ਪੰਜਾਬ ਦੀ ਇੱਜ਼ਤ ਦੇ ਤੌਰ ਤੇ ਸਮਝਿਆ ਜਾਂਦਾ ਤੇ ਉਹਨੇ ਕੁਝ ਮਿੰਟਾਂ ਦੇ ਵਿੱਚ ਚੱਕ ਕੇ ਜਿਹੜੀ ਪੱਗ ਹੈ ਉਹ ਮਾਰੀ ਸਾਰੇ ਸਾਹਮਣੇ। ਮਤਲਬ ਕਿਸ ਤਰੀਕੇ ਨਾਲ ਤੁਹਾਡਾ ਜਿਹੜਾ ਬਿਹੇਵ ਹੈ ਕਰਦਾ, ਤੁਹਾਡੇ ਨਾਲ ਗੱਲ ਠੀਕ ਤਰੀਕੇ ਨਾਲ ਨਹੀਂ ਸੀ ਕਰਦਾ। ਔਰ ਅੱਜ ਉਹੀ ਸੁਖਬੀਰ ਬਾਦਲ, ਦੇਖੋ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਨੇ, ਮੈਂ ਉਹਨਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਮਤਲਬ ਉਹਨੂੰ ਸ਼ਾਇਦ ਰਾਈਟ ਬਣ ਗਿਆ ਹੋਇਆ, ਦੇਤਾ ਹੋਇਆ ਲੋਕਾਂ ਨੇ ਕਿ ਉਹ ਜੋ ਮਰਜ਼ੀ ਗੱਲ ਕਹਿ ਸਕਦਾ ਵਾ, ਉਹਨੂੰ ਕੋਈ ਰੋਕ ਟੋਕ ਨਹੀਂ ਹੈ। ਤੇ ਲੋਕੀ ਉਹਦਾ ਮਜ਼ਾਕ ਜਿਹੜਾ ਕਿਸ ਤਰ੍ਹਾਂ ਨਾਲ ਉਡਾਉਂਦੇ, ਇੱਕ ਜਿਹੜਾ ਉਸ ਪਾਰਟੀ ਦਾ ਜਿਹੜਾ ਮੈਂ ਇੱਕ ਬੜੀ ਜਿਹੜੀ ਸੰਜੀਦਾ ਤੌਰ ਤੇ ਕਹਿ ਰਿਹਾ, ਉਸ ਪਾਰਟੀ ਜਿਹਦਾ ਕਿਤੇ ਨਾਂ ਸੀ, ਜਿਹਦਾ ਕਿਤੇ ਫਖਰ ਸੀ ਹੁੰਦਾ ਸੀ ਲੋਕਾਂ ਦੇ ਵਿੱਚ, ਜਿਹਨੂੰ ਪੰਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਉਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਅੱਜ ਕਹਿ ਰਿਹਾ ਕਿ ਇਹਨੇ ਤਾਂ ਸਾਨੂੰ ਪਿਛਲੇ 10 ਸਾਲ ਤੋਂ ਪੁੱਛਿਆ ਹੀ ਨਹੀਂ। ਉਹ ਮੋਦੀ ਜਿਹਦੇ ਨਾਲ 9 ਮਾਸ ਦਾ ਰਿਸ਼ਤਾ ਸੀ, ਜਿਹਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਸੀ, ਅੱਜ ਕਹਿ ਰਿਹਾ ਕਿ ਸਾਨੂੰ ਤਾਂ 10 ਸਾਲ 'ਚ ਉਹਨੇ ਕੋਈ ਮੀਟਿੰਗ ਹੀ ਨਹੀਂ ਸੱਦੀ ਹੈ, ਸਾਨੂੰ ਤਾਂ ਸਮਝਿਆ ਹੀ ਉਹਨੇ ਕੁਛ ਨਹੀਂ। ਵੀ ਤੁਹਾਨੂੰ ਅੱਜ ਯਾਦ ਆਇਆ? 10 ਸਾਲ ਦੇ ਵਿੱਚ ਤੁਹਾਨੂੰ ਨਹੀਂ ਲੱਗਾ ਹੈ ਵੀ ਸਾਨੂੰ ਉਹ ਪੁੱਛ ਨਹੀਂ ਰਿਹਾ ਹੈ, ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ ਹੈ? ਉਦੋਂ ਤਾਂ ਤੁਸੀਂ ਜਿਹੜਾ ਵਾ 2 ਮਹੀਨੇ ਤੋਂ ਇਹ ਜਿਹੜੇ ਬਿੱਲ ਆਏ ਨੇ 3 ਮਹੀਨੇ ਤੋਂ, ਉਦੋਂ ਤੱਕ ਦਾ ਕਹਿ ਰਹੇ ਹੋ ਕਿ ਬਹੁਤ ਵਧੀਆ ਬਿੱਲ ਜਿਹੜੇ ਹੈ ਉਹ ਮੋਦੀ ਸਾਹਿਬ ਨੇ ਲਿਆਂਦੇ ਨੇ। ਤੇ ਹੁਣ ਆ ਕੇ ਜਦੋਂ ਰੌਲਾ ਪੈ ਗਿਆ ਇਸ ਗੱਲ ਤੇ, ਜਦੋਂ ਬਿਲਕੁਲ ਨੰਗਾ ਹੋ ਗਿਆ ਕਿ ਇਹ ਜਿਹੜੇ ਕਿਸਾਨ ਜਿਹੜੇ ਬਿੱਲ ਨੇ ਇਹ ਕਿਸਾਨ ਦੀ ਸਪੋਰਟ ਦੇ ਵਿੱਚ ਨਹੀਂ, ਕਿਸਾਨ ਦੇ ਹਿੱਤ ਦੇ ਵਿੱਚ ਨਹੀਂ, ਇਹ ਕਿਸਾਨੀ ਦੇ ਵਿਰੋਧ ਦੇ ਵਿੱਚ ਨੇ, ਕਿਸਾਨੀ ਨੂੰ ਖਤਮ ਕਰਨ ਦੇ ਜਿਹੜਾ ਵਾ ਉਹ ਇੱਕ ਕੋਸ਼ਿਸ਼ ਹੈ। ਜਿਹੜੇ ਕਾਰਪੋਰੇਟ ਹਾਊਸ ਹੈ, ਜਿਹੜੇ ਵੱਡੇ ਵੱਡੇ ਸਰਮਾਏਦਾਰ ਹੈ, ਉਹਨਾਂ ਨੂੰ ਖੁੱਲ੍ਹੀ ਛੁੱਟੀ ਪੰਜਾਬ ਦੇ ਵਿੱਚ ਦੇਣ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਤੇ ਇਸ ਕਰਕੇ ਹੁਣ ਜਦੋਂ ਇੱਕ ਪੂਰਾ ਪੰਜਾਬ ਜਿਹੜਾ ਹੈ ਉਹ ਇਸ ਦੇ ਖਿਲਾਫ ਖੜਾ ਉੱਠਿਆ ਤੇ ਤੁਹਾਨੂੰ ਯਾਦ ਆਇਆ, ਮਤਲਬ ਸੁੱਤੇ ਇੰਨੇ ਕੁੰਭਕਰਨ ਵੀ ਜਿਹੜਾ ਨਾ ਜੰਮੂ ਸਾਹਿਬ ਕੁੰਭਕਰਨ ਵੀ ਕਹਿੰਦੇ ਆ ਕਿ ਉਹ 6 ਮਹੀਨੇ ਬਾਅਦ ਉਹਨੂੰ ਜਾਗ ਆ ਜਾਂਦੀ ਸੀ, ਜਦੋਂ ਢੋਲ ਮਾਰਦੇ ਸੀ ਕਰਦੇ ਸੀ ਤੇ 6 ਮਹੀਨੇ ਬਾਅਦ ਉਹ ਕੁੰਭਕਰਨ ਵੀ ਉੱਠ ਸਕਦਾ ਸੀ। ਪਰ ਇਹ ਪਤਾ ਨਹੀਂ ਕਿੰਨੇ ਜਿਹੜੇ ਕੁੰਭਕਰਨਾਂ ਦੀ ਨੀਂਦ ਸੁੱਤੇ ਸੀ ਕਿ 10 ਸਾਲ ਬਾਅਦ ਇਹਨਾਂ ਦੀ ਜਿਹੜੀ ਨੀਂਦ ਹੈ ਉਹ ਖੁੱਲੀ ਉਹਨਾਂ ਦੇ ਕਹਿਣ ਦੇ ਮੁਤਾਬਕ। ਤੇ ਇਹਨਾਂ ਨੂੰ ਪਤਾ ਲੱਗਾ ਕਿ ਮੋਦੀ ਦਾ ਜਿਹੜਾ ਵਾ ਉਹ ਕਿਸਾਨ ਵਿਰੋਧੀ ਹੈ। ਘਰ ਅੱਗੇ ਜਦੋਂ 4-5 ਹਜ਼ਾਰ ਕਿਸਾਨ ਜਾ ਕੇ ਬੈਠ ਗਿਆ ਤਾਂ ਉਹਨਾਂ ਕਿਹਾ ਵੀ ਅਸੀਂ ਵੜਨ ਨਹੀਂ ਦਿਆਂਗੇ, ਵੜਿਓ ਇੱਥੇ ਨਹੀਂ ਵੜਨ ਦਿਆਂਗੇ ਤੇ ਪਿੰਡਾਂ 'ਚ ਵੜਿਓ। ਮਤਲਬ ਇੱਥੋਂ ਤੱਕ ਦੀਆਂ ਗੱਲਾਂ ਜਦੋਂ ਹੋਈਆਂ ਨਾ ਤਾਂ ਉਦੋਂ ਇਹਨਾਂ ਦੀ PAC ਜਿਹੜੀ ਆ ਉਹ ਵੰਡੀ ਗਈ ਇਸ ਮੁੱਦੇ ਨੂੰ ਲੈ ਕੇ ਵੀ ਸਾਨੂੰ ਜਿਹੜੀ ਆ ਹਮਾਇਤ ਜਿਹੜੀ ਆ ਉਹ ਵਾਪਸ ਲੈਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਚੋਣਾਂ ਤਾਂ ਛੱਡ ਦਿਓ, ਸਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਹਾਲਤ ਸਾਡੀ ਬਹੁਤ ਪਤਲੀ ਹੋ ਜਾਣੀ ਹੈ। ਤੇ ਪਹਿਲਾਂ ਹੀ ਧਾਰਮਿਕ ਖੇਤਰ ਦੇ ਵਿੱਚ ਸਾਡੀ ਹਾਲਤ ਬੜੀ ਮਾੜੀ ਹੋ ਚੁੱਕੀ ਹੈ। ਫਿਰ ਮੇਰਾ ਖਿਆਲ ਇਹਨਾਂ ਨੂੰ ਜਾ ਕੇ ਫੈਸਲਾ ਵਾਪਸ ਲੈਣਾ ਪਿਆ। ਜੰਮੂ ਸਾਹਿਬ ਮੈਂ ਇਕੱਲੀ ਜਿਹੜਾ ਨਾ ਤੁਹਾਡੇ ਨਾਲ ਸਹਿਮਤ ਹਾਂ ਕਿ ਕੋ ਪ੍ਰੈਸ਼ਰ ਹੈ ਵੀ 4-5 ਹਜ਼ਾਰ ਕਿਸਾਨ ਉਹਦੇ ਘਰ ਦੇ ਸਾਹਮਣੇ ਬੈਠ ਗਿਆ। ਪਰ ਜਿਹੜਾ ਟੋਟਲ ਜਿਹੜੀ ਪੰਜਾਬ ਦਾ ਜਿਹੜਾ ਟੋਟਲ ਕਿਸਾਨ ਹੈ, ਪੰਜਾਬ ਦੇ ਜਿਹੜੇ ਟੋਟਲ ਲੋਕ ਹੈ, ਜਦੋਂ ਇਸ ਦੇ ਖਿਲਾਫ ਖੜੇ ਹੋ ਗਏ ਤਾਂ ਇਹਦੇ ਅੰਦਰੋਂ ਪ੍ਰੈਸ਼ਰ ਪਿਆ ਕਿ ਹੁਣ ਤੂੰ ਤਾਂ ਮਰਨਾ ਹੀ ਹੈ, ਪਤਾ ਨਹੀਂ ਕਿਆ ਹੋਣਾ, ਹੁਣ ਸਾਨੂੰ ਵੀ ਮਰਵਾਏਗਾ ਪੋਲੀਟੀਕਲ ਖੇਤਰ ਦੇ ਵਿੱਚ। ਤਾਂ ਇਹਨੂੰ ਜਿਹੜਾ ਵਾ ਜਾਗ ਆਈ। ਦੇਖੋ ਦੂਜਾ ਬਾਈਬਲ ਕਲਾਂ ਦੇ ਵਿੱਚ ਜੋ ਸਾਰਾ ਕੁਝ ਹੁੰਦਾ ਰਿਹਾ, ਉਹ ਸੈਨੀ ਜਿਹਨੂੰ ਇਹਨੇ ਜਿਹੜਾ ਵਾ BJP ਦੇ ਕਹਿਣ ਦੇ ਉੱਤੇ 5 ਵੱਡੇ ਜਿਹੜੇ ਸੀਨੀਅਰ ਆਫੀਸਰ ਸੀ ਉਹਨਾਂ ਨੂੰ ਉਲੰਘ ਕੇ ਪੰਜਾਬ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਇਹ ਜਿਹੜਾ ਸੀ ਇਹਨਾਂ ਬਾਦਲਾਂ ਨੇ ਉਹਨੂੰ ਲਾਇਆ ਸੀ। ਉਸ ਵੇਲੇ ਇਹਨਾਂ ਨੂੰ ਪਤਾ ਨਹੀਂ ਸੀ ਵੀ ਸੈਨੀ ਕੀ ਕਰਦਾ ਸੀ, ਕੀ ਕਰਦਾ ਰਿਹਾ, ਕੀ ਰਿਕਾਰਡ ਹੈ ਉਹਦਾ। ਉਹਦੇ ਖਿਲਾਫ ਬੰਦੇ ਦੇ ਖਿਲਾਫ ਜਿਹੜੇ ਕੇਸ ਦਰਜ ਹੋਣ, ਫੌਜਦਾਰੀ ਕੇਸ ਦਰਜ ਹੋਣ ਤੇ ਉਸ ਨੂੰ ਤੁਸੀਂ 5 ਅਫਸਰਾਂ 4-5 ਅਫਸਰਾਂ ਦੀ ਸੀਨੀਅਰਟੀ ਲੰਘ ਕੇ ਤੇ ਉਹਨੂੰ ਤੁਸੀਂ DGP ਬਣਾਓ, ਤਾਂ ਉਸ ਵੇਲੇ ਵੀ ਇਹਨਾਂ ਨੂੰ ਪਤਾ ਸੀ। ਫਿਰ ਉਹ ਜਿਹੜਾ ਕੀ ਹੋਇਆ ਬਾਈਬਲ ਕਲਾਂ ਦੇ ਵਿੱਚ ਹੋਰ ਸਾਰੇ ਕੁਝ ਦੇ ਵਿੱਚ, ਜਦੋਂ ਉਹਨਾਂ ਨੂੰ ਇਹ ਲੱਗਾ ਕਿ ਜਿਹੜੀ ਅਸੀਂ ਪਾਰਟੀ ਪੰਥ ਦੇ ਨਾਂ ਦੇ ਉੱਤੇ ਸੀ, ਪੰਥ ਦੇ ਵਿੱਚੋਂ ਤਾਂ ਅਸੀਂ ਜਿਹੜੇ ਆ ਉਹ ਵਿਖਾਰੇ ਗਏ, ਖਤਮ ਹੋ ਰਹੇ ਆ ਬੁਰੀ ਤਰ੍ਹਾਂ ਨਾਲ। ਹੁਣ ਜਿਹੜੀ ਕਿਸਾਨੀ ਦੇ ਵਿੱਚ ਸਾਡੀ ਥੋੜ੍ਹੀ ਬਹੁਤੀ ਦਿੱਖ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਪ੍ਰੋ ਕਿਸਾਨ ਆ, ਹਮੇਸ਼ਾ ਕਿਸਾਨ ਦੇ ਹੱਕ ਵਿੱਚ ਸਟੈਂਡ ਲੈਂਦਾ, ਉਹ ਵੀ ਖਤਮ ਹੋ ਰਿਹਾ। ਤਾਂ ਉਹ ਕੁੰਭਕਰਨੀ ਨੀਂਦ ਦੇ ਉੱਤੋਂ ਜਾਗਿਆ ਤੇ ਤਾਂ ਉਹਨੂੰ ਅਸਤੀਫਾ ਦੇ ਕੇ ਹੁਣ ਆਉਣਾ ਪਿਆ। ਤੁਸੀਂ ਦੇਖੋ ਜੰਮੂ ਸਾਹਿਬ ਮਜ਼ਾਕ ਕਿੰਨਾ, ਇੱਕ ਵੇਖੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਹੈ, ਮਿਨਿਸਟਰ ਵੀ ਰਿਹਾ, MP ਰਿਹਾ, ਡਿਪਟੀ ਜਿਹੜਾ ਚੀਫ ਮਿਨਿਸਟਰ ਰਿਹਾ, ਉਹ ਕਾਲ ਜਦੋਂ ਦੇ ਰਿਹਾ ਕਹਿੰਦੇ ਕਿ ਅਸੀਂ ਨਾ ਚੱਕਾ ਜਾਮ ਕਰਾਂਗੇ ਪੰਜਾਬ ਦੇ ਵਿੱਚ। ਤੁਸੀਂ ਹਾਸੋ ਹੀਣੀਆਂ ਗੱਲਾਂ ਦੇਖੋ ਕਿਸ ਤਰ੍ਹਾਂ ਕਰ ਰਿਹਾ, ਚੱਕਾ ਜਾਮ ਦੀ ਕਾਲ ਦੇਵਾਂਗੇ ਵੀ ਪੰਜਾਬ ਤਾਂ ਪਹਿਲਾਂ ਬੰਦ ਹੈ, ਚੱਕਾ ਚੱਲ ਕਿੱਥੇ ਰਿਹਾ?
ਕਿੱਥੇ ਚੱਕਾ ਚੱਲ ਰਿਹਾ ਵੀ ਜਿਹੜਾ ਤੁਸੀਂ ਚੱਕਾ ਜਿਹੜਾ ਵਾ ਉਹ ਜਾਮ ਕਰਨਾ। ਮਤਲਬ ਇਸ ਤਰ੍ਹਾਂ ਦਾ ਜਿਹੜਾ ਹਾਸੋਹੀਣਾ ਜਿਹੜੇ ਮਤਲਬ ਕੰਮ ਹੈ ਇਸ ਲੀਡਰਾਂ ਦਾ, ਉਹਦੇ ਵਿੱਚੋਂ ਜਿਹੜਾ ਵਾ ਬਿਲਕੁਲ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਵਿੱਚੋਂ ਨੰਗੇ ਹੋਏ ਨੇ। ਔਰ ਉਹਨਾਂ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਕਰਾਇਆ, ਪੰਜਾਬ ਦਾ ਨੁਕਸਾਨ ਵੀ ਮੈਂ ਕਹਾਂਗਾ ਜੰਮੂ ਸਾਹਿਬ ਇਕੱਲੇ ਪੰਜਾਬ ਦਾ ਨਹੀਂ ਕਰਾਇਆ, ਜਿਹੜਾ ਹੈ ਫੈਡਰਲਿਜ਼ਮ ਤੇ ਇਕੱਠੇ ਸਟੈਂਡ ਲੈਂਦਾ ਰਿਹਾ ਔਰ ਫੈਡਰਲਿਜ਼ਮ ਨੂੰ ਕਮਜ਼ੋਰ ਕਰਨ ਦਾ, ਪੰਜਾਬ ਦੀ ਕਿਸਾਨੀ ਨੂੰ ਕਮਜ਼ੋਰ ਕਰਨ ਦਾ, ਮੈਂ ਕਹਾਂਗਾ ਖਤਮ ਕਰਨ ਵੱਲ ਨੂੰ ਜਿਹੜੇ ਕਦਮ ਹੈ, ਜਿਹੜਾ ਨੁਕਸਾਨ ਇਹਨਾਂ ਨੇ ਕਰਾਇਆ ਹੈ, ਉਹ ਨੁਕਸਾਨ ਜਿਹੜਾ ਪੂਰਾ ਕਰਨ ਦੇ ਲਈ ਇਹਨਾਂ ਨੂੰ ਜਿਹੜਾ ਇਸ ਪਰਿਵਾਰ ਨੂੰ ਤੇ ਇਸ ਦਲ ਨੂੰ ਤੇ ਬਾਕੀ ਸਾਰਿਆਂ ਨੂੰ ਵੀ ਬਹੁਤ ਸਮਾਂ ਲੱਗੂਗਾ। ਇਹ ਪਰ ਨਹੀਂ ਹੋਣਾ, ਪੰਜਾਬ ਦੇ ਲੋਕਾਂ ਨੇ ਸ਼ਾਇਦ ਜਲਦੀ ਮਾਫ ਨਹੀਂ ਕਰਨਾ ਹੈ। ਮੈਨੂੰ ਤਾਂ ਇਹ ਵੀ ਪਤਾ ਲੱਗਾ ਜੇ ਇਸੇ ਸਟੈਂਡ ਤੇ ਰਹਿੰਦੇ ਤੇ ਇਹਨਾਂ ਦੇ ਦਲ ਦੇ ਵਿੱਚ ਹੋਰ ਆਗੂ ਵੀ ਨਹੀਂ ਸੀ ਰਹਿਣੇ। ਤਾਂ ਮੇਰਾ ਖਿਆਲ ਫਾਈਨਲ ਇਹਨਾਂ ਨੂੰ ਲੱਗਾ ਵੀ ਹੁਣ ਤਾਂ ਜੇ ਨਹੀਂ ਇਹ ਕਦਮ ਲੈਂਦੇ ਤਾਂ ਅਕਾਲੀ ਦਲ ਦਾ ਵਜੂਦ ਨੂੰ ਜਿਹੜਾ ਖਤਰਾ ਖੜਾ ਹੋ ਗਿਆ। ਜੰਮੂ ਸਾਹਿਬ ਬੜੇ ਵੱਡੇ ਜਿਹੜੇ ਲੀਡਰ ਸੀ, ਰਣਜੀਤ ਸਿੰਘ ਬ੍ਰਹਮਪੁਰੇ ਵਰਗੇ, ਫਿਰ ਉਹ ਅਜਨਾਲਾ ਰਤਨ ਸਿੰਘ ਅਜਨਾਲਾ, ਫਿਰ ਇਹ ਸੁਖਦੇਵ ਸਿੰਘ ਢੀਂਡਸਾ ਉਹਦਾ ਮੁੰਡਾ, ਤੇ ਹੋਰ ਬਹੁਤ ਸਾਰੇ ਲੀਡਰ ਜਿਹੜੇ ਸੇਖਵਾਂ ਵਰਗੇ ਜਿਹੜੇ ਆ ਉਹ ਗਏ। ਇਸ ਤੋਂ ਪਹਿਲਾਂ ਵੀ ਨਿਕਲਦੇ ਰਹੇ ਨੇ ਪਰ ਉਹਨਾਂ ਦਾ ਜ਼ੋਰ ਨਹੀਂ ਪਿਆ। ਟੋੜਾ ਵਰਗੇ ਲੀਡਰ, ਫਿਰ ਉਹ ਬਡਾਲਾ ਜਿਹੜਾ ਸੀ ਜਲੰਧਰ ਦੇ ਵਿੱਚ ਬੜਾ ਵੱਡਾ ਲੀਡਰ ਉਹਨਾਂ ਦਾ ਰਿਹਾ, ਨਾਮ ਸੀ ਜਿਨ੍ਹਾਂ ਦਾ, ਉਹ ਸਾਰੇ ਜਿਹੜੇ ਆ ਇਹਨਾਂ ਦੇ ਖਿਲਾਫ ਪਰਿਵਾਰਵਾਦ ਜਿਹੜਾ ਬਣਾਇਆ ਇਹਨਾਂ ਨੇ, ਪਰਿਵਾਰ ਦੀ ਇੱਕ ਪ੍ਰੋਪਰਟੀ ਬਣਾ ਲਈ, ਉਹਦੇ ਖਿਲਾਫ ਲੜਦੇ ਰਹੇ। ਪਰ ਹੁਣ ਜਿਹੜਾ ਵਾ ਪਾਣੀ ਸਿਰ ਦੇ ਉੱਤੋਂ ਨਿਕਲ ਗਿਆ ਸੀ ਜਦੋਂ ਪੂਰੀ ਦੀ ਪੂਰੀ ਕਿਸਾਨੀ ਖੜੀ ਹੋ ਗਈ। ਜਦੋਂ ਵਿਰੋਧ ਹੋ ਗਿਆ ਤਾਂ ਜਿਹੜੇ ਥੱਲੇ ਵਾਲੇ ਲੀਡਰ ਸੀ ਇਹਨਾਂ ਦੇ, ਉਹਨਾਂ ਨੇ ਵੀ ਹਿੰਮਤ ਬਣੀ ਕਿ ਭਾਈ ਜੇ ਅਸੀਂ ਨਾ ਹੁਣ ਬੋਲਿਆ ਨਾ ਤੇ ਜੋ ਬੀਜੇਪੀ ਦੀ ਹਾਲਤ ਹੋ ਰਹੀ ਹੈ ਪਿੰਡਾਂ ਦੇ ਵਿੱਚ, ਵੜਨੋਂ ਰੋਕ ਰਹੇ ਨੇ, ਉਹਨਾਂ ਦੀ ਜਿਹੜਾ ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਵਿਘਨ ਪੈ ਰਿਹਾ, ਇੱਕ ਜਿਹੜੇ ਨੰਗੇ ਹੋ ਰਹੇ ਨੇ, ਤਾਂ ਸਾਡੀ ਵੀ ਹਾਲਤ ਇਹ ਹੋ ਜਾਣੀ ਹੈ ਕਿ ਸਾਨੂੰ ਪਿੰਡਾਂ ਦੇ ਵਿੱਚ ਰਹਿਣ ਨਹੀਂ ਦੇਣਾ ਲੋਕਾਂ ਨੇ। ਇਸ ਕਰਕੇ ਉਹਨਾਂ ਨੇ ਪ੍ਰੈਸ਼ਰ ਬਣਾਇਆ, ਭਾਈ ਛੱਡਦੇ ਹੁਣ ਆਪਦਾ ਜਿਹੜਾ ਪ੍ਰੇਮ ਹੈ ਨਾ, ਪਹਿਲਾਂ ਵੱਡੇ ਬਾਦਲ ਦਾ ਪੁੱਤ ਪ੍ਰੇਮ ਸੀ, ਫਿਰ ਇਹਦਾ ਜਿਹੜਾ ਵਾ ਉਹ ਪਤਨੀ ਪ੍ਰੇਮ ਉੱਪਰ ਉਹਨੂੰ ਮਿਨਿਸਟਰ ਦੇ ਵਿੱਚ ਰੱਖਣ ਦਾ ਤੇ ਬਾਕੀ ਕੁਝ ਕਰਨ ਦਾ, ਵੀ ਇਹ ਛੱਡ ਦਿਓ, ਜੇ ਸਾਡਾ ਦਲ ਰਹੂਗਾ ਤਾਂ ਹੀ ਆ ਬਾਕੀ ਪ੍ਰੇਮ ਜਿਹੜੇ ਆ ਕਹਾਣੀਆਂ ਜਿਹੜੀਆਂ ਉਹ ਚੱਲਣਗੀਆਂ। ਜੇ ਸਾਡਾ ਅਕਾਲੀ ਦਲ ਹੀ ਖਤਮ ਹੋ ਗਿਆ, ਵਿਖਰ ਗਿਆ, ਤਾਂ ਫਿਰ ਜਿਹੜਾ ਵਾ ਉਹ ਕੁਝ ਨਹੀਂ ਚੱਲਣਾ ਹੈ। ਇਸ ਕਰਕੇ ਉਹ ਸਾਰੇ ਪ੍ਰੈਸ਼ਰ ਦੇ ਥੱਲੇ, ਵੱਡਾ ਪ੍ਰੈਸ਼ਰ ਜਿਹੜਾ ਪੰਜਾਬ ਦੀ ਕਿਸਾਨੀ ਦਾ, ਬਾਕੀ ਵਿਦਰ ਪਾਰਟੀ ਵੀ ਜਿਹੜਾ ਪ੍ਰੈਸ਼ਰ ਪਿਆ, ਉਹਦਾ ਕਰਕੇ ਇਹਨੂੰ ਮਜਬੂਰੀ ਦੇ ਵਿੱਚ ਜਿਹੜਾ ਜਿਹਨੂੰ ਕਹਿ ਦਈਏ ਕਿ ਅੱਕ ਚੱਬਣਾ ਪਿਆ ਵਾ, ਅਦਰਵਾਈਜ਼ ਖੁਸ਼ੀ ਦੇ ਨਾਲ ਨਹੀਂ ਹੈ। ਇੱਕ ਪੋਲੀਟੀਕਲ ਮੂਵ ਹੈ, ਕਿੱਥੋਂ ਤੱਕ ਸਫਲ ਹੁੰਦੀ ਹੈ ਅੱਜ ਤਾਂ ਦਿਸਦੀ ਨਹੀਂ ਹੈ, ਉਹ ਆਉਣ ਵਾਲਾ ਸਮਾਂ ਦੱਸੂਗਾ। ਇਸ ਦੇ ਨਾਲ ਹੀ ਬੀਜੇਪੀ ਦੇ ਕੁਝ ਆਗੂਆਂ ਨੂੰ ਅਸਤੀਫੇ ਦੇਣੇ ਆ। ਫਿਰੋਜ਼ਪੁਰ ਦੇ 3 ਆਗੂ ਜਿਹੜੇ ਆ ਇਹਨਾਂ ਦੇ ਅਸਤੀਫੇ ਦੇ ਗਏ। ਕੱਲ ਉਹਨਾਂ ਨੇ ਅਸਤੀਫੇ ਦੇਣ ਦਾ, ਉਹ 20 ਸਾਲ ਤੋਂ ਇਹ ਜੁੜੇ ਹੋਏ ਸੀ ਬੀਜੇਪੀ ਨਾਲ। ਮੈਨੂੰ ਲੱਗਦਾ ਕਿ ਬੀਜੇਪੀ ਜਿਹੜੀ ਕੋਸ਼ਿਸ਼ ਕਰ ਰਹੀ ਵੀ ਅਸੀਂ ਐਕਸਪੈਂਸ਼ਨ ਕਰਾਂਗੇ, ਇਹਦੇ ਨਾਲ ਜਿਵੇਂ ਕੱਲ ਜਿਹੜਾ ਆਪਣਾ ਨਾਭਾ ਉਹਦੇ ਵਿੱਚ ਇਹਨਾਂ ਦੇ ਇੱਕ ਕਮੇਟੀ ਮੈਂਬਰ ਗਿਆ ਸੀਗਾ, ਕੋਈ ਮਿਸਟਰ ਢਿੱਲੋਂ ਸੀਗੇ, ਉਹਨਾਂ ਦਾ ਘਿਰਾਓ ਹੋਇਆ, ਪ੍ਰੈਸ ਕਾਨਫਰੰਸ ਗਿਆ ਸੀ, ਕਾਫੀ ਬਹਿਸ ਹੋਈ। ਉਹਨਾਂ ਨੇ ਕਿਹਾ ਕਿਸਾਨਾਂ ਨੇ ਵੀ ਅਸੀਂ ਪਿੰਡਾਂ 'ਚ ਵੜਿਓ, ਜਿਹੜੀਆਂ ਪਾਥੀਆਂ ਮਾਰ ਕੇ ਤੁਹਾਡਾ ਸਵਾਗਤ ਕਰਾਂਗੇ। ਮਤਲਬ ਇਸ ਕਿਸਮ ਦੀ ਜਿਹੜੀ ਸਿਚੁਏਸ਼ਨ ਬਣ ਰਹੀ ਹੈ, ਉਹਦੇ ਨਾਲ ਲੱਗਦਾ ਨਹੀਂਗਾ ਕਿ ਬੀਜੇਪੀ ਨੇ ਜਿਹੜੇ ਸੁਪਨੇ ਲੈ ਰਹੀ ਸੀਗੀ ਉਹ ਚਕਨਾਚੂਰ ਹੋ ਗਏ। ਉਹਨਾਂ ਦੇ ਜਿਹੜੇ ਬੀਜੇਪੀ ਦੇ ਪੰਜਾਬ ਦੇ ਵਿੱਚ ਨਾ ਬੜੇ ਵੱਡੇ ਸੁਪਨੇ ਲਏ ਸੀ, ਬੜੇ ਵੱਡੇ ਸੁਪਨੇ ਲਏ ਸੀ ਕਿ ਅਸੀਂ ਸ਼ਾਇਦ ਪੇਂਡੂ ਖੇਤਰ ਦੇ ਵਿੱਚ ਵੀ ਬਹੁਤ ਵੱਡੀ ਪੈਨੀਟੇਸ਼ਨ ਕਰ ਲਈ ਆ, ਇੰਟਰਵੀਨ ਕਰ ਲਿਆ ਤੇ ਬੜੀ ਵੱਡੀ ਸਾਨੂੰ ਸਪੋਰਟ ਹੈ। ਤੇ ਨਾਲ ਉਹਨਾਂ ਨੂੰ ਆਸ ਸੀ ਮੋਦੀ ਦੀ ਕਿ ਅੱਜ ਮੋਦੀ ਦਾ ਜਿਹੜਾ ਨਾ ਉਹ ਚੱਲ ਰਿਹਾ ਕੰਮ, ਉਹਦੀ ਜਿਹੜੀ ਗੇਮ ਚੱਲ ਰਹੀ ਆ, ਉਹਦੇ ਵਿੱਚ ਸ਼ਾਇਦ ਸਾਡਾ ਵੀ ਕਿਤੇ ਨਾ ਕਿਤੇ ਤੁੱਕਾ ਲੱਗ ਜੂਗਾ। ਪਰ ਇਹ ਸਾਰੇ ਕੁਛ ਦੇ ਵਿੱਚ ਜੰਮੂ ਸਾਹਿਬ ਬੜੀ ਅਨਫਾਰਚੂਨੇਟ ਗੱਲ ਹੈ ਕਿ ਇੱਕੋ ਹੀ ਪੋਲੀਟੀਕਲ ਫੋਰਸ ਹੈ ਪੰਜਾਬ ਦੀ, ਇੱਕੋ ਹੀ ਪੋਲੀਟੀਕਲ ਫੋਰਸ ਹੈ ਜਿਹੜੀ ਇਹਨਾਂ ਬਿੱਲਾਂ ਦੀ, ਇਹ ਜਿਹੜਾ ਕਾਨੂੰਨ ਬਣੇ ਕਾਲੇ ਕਾਨੂੰਨ ਜਿਹਨੂੰ ਅਸੀਂ ਕਹੀਏ ਕਿਸਾਨੀ ਦੇ, ਉਹਦੀ ਜਿਹੜੀ ਹਮਾਇਤ ਹੈ ਉਹ ਬੜੀ ਬੇਸ਼ਰਮੀ ਦੇ ਨਾਲ ਕਰ ਰਹੀ ਹੈ। ਪੰਜਾਬ ਦੇ ਲੋਕਾਂ ਦੇ ਵਿੱਚੋਂ ਬੁਰੀ ਤਰ੍ਹਾਂ ਨਿਖੜ ਚੁੱਕੇ ਨੇ। ਮੈਂ ਤੁਹਾਨੂੰ ਕਹਿ ਦੇਵਾਂ ਕਿ ਵੇਖੋ, ਜਿਹੜਾ ਹਿਸਟੋਰੀਕਲੀ ਜੇ ਅਸੀਂ ਬੈਕਗਰਾਊਂਡ ਦੇ ਵਿੱਚ ਜਾਂਦੇ ਆ ਨਾ, ਤੇ ਬੀਜੇਪੀ ਦਾ ਜਿਹੜਾ ਬੇਸ ਸੀ ਨਾ, ਉਹ ਇੱਕ ਵਪਾਰਕ ਤਬਕਾ ਜਿਹੜਾ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਵਿੱਚ ਬੇਸਿਕਲੀ ਸੀ। ਪਰ ਇਹ ਜਿਹੜਾ ਬੰਦ ਹੋਇਆ ਔਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਾਰਾ ਕੁਝ ਚੱਲਿਆ ਨਾ, ਉਹਦੇ ਵਿੱਚ ਉਹ ਤਬਕਾ ਵੀ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਇਸ ਜਿਹੜੀ ਮੂਵਮੈਂਟ ਹੈ ਪੰਜਾਬ ਦੀ ਕਿਸਾਨ ਦੇ ਹੱਕ ਦੇ ਵਿੱਚ ਚੱਲ ਰਹੀ ਹੈ, ਕਿਸਾਨੀ ਦੇ ਲਈ ਚੱਲ ਰਹੀ ਹੈ, ਉਹ ਵੀ ਜਿਹੜੇ ਖੜੇ ਆ ਔਰ ਸਭ ਨੇ ਦੁਕਾਨਾਂ ਆਪਦੀਆਂ ਜਿਹੜੀਆਂ ਬੰਦ ਕੀਤੀਆਂ। ਕੋਈ ਵੀ ਜਿਹੜਾ ਵਾ ਬੀਜੇਪੀ ਦੇ ਕਿਸੇ ਵੱਡੇ ਲੀਡਰ ਜਿਹੜੇ ਮਰਜ਼ੀ ਹੋਣ, ਈਵਨ ਮੋਦੀ ਵਰਗੇ ਵੀ ਹੋਣ, ਪੰਜਾਬ ਦੇ ਵਿੱਚ ਕਿਸੇ ਨੇ ਉਹਦਾ ਜਿਹੜਾ ਨਾਮ ਆ ਉਹ ਨਹੀਂ ਲਿਆ। ਕਿਸੇ ਨੇ ਜੁਰਤ ਨਹੀਂ ਕੀਤੀ ਹੈ ਇਹ ਗੱਲ ਕਹਿਣ ਦੀ ਕਿ ਇਹ ਜਿਹੜੇ ਕਾਨੂੰਨ ਹੈ ਇਹ ਕਿਸਾਨਾਂ ਦੇ ਪੱਖ ਦੇ ਵਿੱਚ ਨੇ। ਇਸ ਕਰਕੇ ਜਿੱਥੋਂ ਤੱਕ ਹੈ ਨਾ
ਬੀਜੇਪੀ ਦਾ ਮੈਂ ਕਹਾਂਗਾ ਕਿ ਆਉਣ ਵਾਲੇ ਸਮੇਂ 'ਚ ਹੋਰ ਵਿਰੋਧ ਹੋਣਾ। ਜੇ ਉਹਨਾਂ ਨੇ ਪੰਜਾਬ ਵਿਰੋਧੀ ਇਹ ਜਿਹੜੀ ਮੂਵ ਹੈ ਨਾ, ਪੰਜਾਬ ਵਿਰੋਧੀ ਕਿਸਾਨ ਵਿਰੋਧੀ ਜਿਹੜੀ ਮੂਵ ਹੈ ਮੋਦੀ ਗਵਰਨਮੈਂਟ ਦੀ, ਉਹਦੇ 'ਚ ਹੋਰ ਇਹਨਾਂ ਨੇ ਆਈਸੋਲੇਟ ਹੋਣਾ, ਹੋਰ ਨੰਗੇ ਹੋਣਾ ਬੀਜੇਪੀ ਦੇ ਲੀਡਰਾਂ ਨੇ। ਔਰ ਜਿਹੜੇ ਆ ਕੁਝ ਰਿਜ਼ਾਈਨ ਜਿਹੜੇ ਆਏ ਨਾ, ਇਸ ਤੋਂ ਬਾਅਦ ਹੋਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਲੋਕਾਂ ਨੇ ਅਸਤੀਫੇ ਦੇਣੇ ਆ ਔਰ ਬੀਜੇਪੀ ਨੂੰ ਛੱਡਣਾ। ਔਰ ਬੀਜੇਪੀ ਦਾ ਭਵਿੱਖ ਜਿਹੜਾ ਅੱਜ ਦੇ ਦਿਨ ਦੇ ਵਿੱਚ ਇੱਕ ਬਲੈਂਕ ਹੈ ਔਰ ਬੜੇ ਔਖਾ ਹੋਏਗਾ ਉਹਨਾਂ ਨੂੰ ਦੁਬਾਰਾ ਮੈਂ ਕਹਿੰਦਾ ਸੁਪਨਾ ਲੈਣ ਦਾ ਵੀ ਕਿ ਅਸੀਂ ਪੰਜਾਬ ਦੇ ਵਿੱਚ ਕੁਝ ਜਿਹੜਾ ਉਹ ਕਰ ਸਕਦੇ। ਇਸੇ ਤਰ੍ਹਾਂ ਪਿਛਲੇ ਦਿਨੀ ਜਿਹੜੇ ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉਹ ਚੰਡੀਗੜ੍ਹ ਆਏ, ਉਹਨਾਂ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਜਿਹੜਾ ਕੁਐਸਚਨ ਕਿਸੇ ਪੱਤਰਕਾਰ ਦਾ ਨਹੀਂ ਸੁਣਿਆ, ਮੋਨੋਲੋਗ ਮਤਲਬ ਕੀਤਾ, ਡਾਇਲੋਗ ਨਹੀਂ ਕੀਤਾ, ਮੋਨੋਲੋਗ ਆਪਣੀ ਗੱਲ ਸੁਣਾਈ। ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਉਹਨਾਂ ਨੇ ਬੰਦ ਕਰਕੇ ਉਹ ਚਲੇ ਗਏ। ਜੇ ਸਟੇਟ ਪ੍ਰਧਾਨ ਦੀ ਹਾਲਤ ਇਹ ਹੈ ਤੇ ਬਾਕੀਆਂ ਦੀ ਕੀ ਹਾਲਤ ਹੋਊ? ਇਹ ਇੱਕ ਇੰਡੀਕੇਟਰ ਹੈ, ਇਹਦੇ ਤੋਂ ਅੰਦਾਜ਼ਾ ਕੀਤਾ ਜਾ ਸਕਦਾ। ਬਿਲਕੁਲ ਠੀਕ ਗੱਲ ਹੈ ਜੀ। ਇਹਦਾ ਜਵਾਬ ਤਾਂ ਦਿੰਦੇ ਜੇ ਜਵਾਬ ਜਿਹੜਾ ਹੁੰਦਾ। ਵੇਖੋ ਗੱਲ ਵੀ ਤੁਸੀਂ ਜੇ ਕੋਈ ਲੌਜਿਕ ਨਾ ਕਰਨੀ ਹੈ ਨਾ, ਤੇ ਪ੍ਰੈਸ ਰਿਪੋਰਟਰ ਸਾਰੇ ਜਿਹੜੇ ਇੰਟੈਲੀਜੈਂਟ ਬੰਦੇ ਆ, ਸਾਰੀ ਉਹਨਾਂ ਦੀ ਸਟੱਡੀ ਹੈ, ਉਹਨਾਂ ਦਾ ਇੱਕ ਵੀ ਸਵਾਲ ਜਿਹੜਾ ਕੀਤਾ ਹੋਇਆ ਸੀ ਨਾ ਇਸ ਇਸ਼ੂ ਦੇ ਉੱਤੇ, ਕਿਉਂਕਿ ਇਹ ਕੋਈ ਹਵਾ 'ਚ ਗੱਲ ਨਹੀਂ ਹੈ, ਇੱਕ ਡਾਕੂਮੈਂਟਰੀ ਚੀਜ਼ ਨੇ, ਇੱਕ ਦਸਤਾਵੇਜ਼ ਨੇ, ਉਹ ਕਾਨੂੰਨ ਦੇ ਕਾਲੇ ਕਾਨੂੰਨ ਜਿਹੜੇ ਬਣੇ ਨੇ, ਉਹਦਾ ਹੀ ਸਵਾਲ ਕਰਨਾ ਸੀ ਤੇ ਉਹਦਾ ਜਵਾਬ ਕੋਈ ਹੋਣਾ ਨਹੀਂ ਸੀ। ਜੰਮੂ ਸਾਹਿਬ ਮੈਂ ਇਸ ਤੋਂ ਵੀ ਅੱਗੇ ਜਾਣਾ ਕਿ ਜਿਹੜਾ ਇਹਨਾਂ ਨੂੰ ਸ਼ਾਇਦ ਆਸ ਸੀ ਨਾ ਕਿ ਅਸੀਂ ਇੱਕ ਅਕਾਲੀ ਦਲ ਦਾ ਜਿਹੜਾ ਟਕਸਾਲੀ ਜਿਹੜੇ ਨਿਕਲੇ ਹੋਏ ਆ ਜਾਂ ਢੀਂਡਸਾ ਵਰਗੇ ਨਿਕਲੇ ਹੋਏ ਆ, ਕਿ ਅਸੀਂ ਸ਼ਾਇਦ ਉਹਨਾਂ ਦੇ ਨਾਲ ਅਲਾਇੰਸ ਕਰਕੇ ਤੇ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਅਗਲੀ ਚੰਗਾ ਪਰਫਾਰਮ ਕਰਾਂਗੇ। ਹੁਣ ਉਹਨਾਂ ਨੇ ਵੀ ਕਿਸੇ ਨੇ ਜ਼ਰੂਰਤ ਨਹੀਂ ਜੇ ਕਰਨੀ ਕਿ ਇਹ ਜਿਹੜਾ ਬੀਜੇਪੀ ਦੇ ਨਾਲ ਅਲਾਇੰਸ ਕਰਨ ਦਾ ਗੱਲ ਕਰਨੀ ਤਾਂ ਕੀ ਸੋਚ ਵੀ ਸਕੀਏ। ਇਸ ਕਰਕੇ ਜਿਹੜਾ ਹੈ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ, ਕੋਈ ਲੌਜਿਕ ਉਹਨਾਂ ਕੋਲੇ ਨਹੀਂ ਹੈ, ਬਸ ਇੱਕ ਭਗਤੀ ਹੈ, ਉਹ ਮੋਦੀ ਭਗਤੀ ਕਿ ਜੋ ਵੀ ਉਹਨੇ ਕਹਿਤਾ ਕਿ ਅਸੀਂ ਜੀ ਹਜੂਰ ਹੈ, ਉਹਦੇ ਵਿੱਚ ਜਿਹੜਾ ਉਹ ਆਪਦਾ ਕਰ ਰਹੇ ਨੇ। ਕਿਉਂਕਿ ਉਹਨਾਂ ਨੇ ਉਹਦੇ ਵੀ ਪੰਜਾਬ ਦਾ ਪ੍ਰਧਾਨ ਹੈ ਜਾਂ ਬਾਕੀ ਹੋਰ ਨੇ, ਉਹਨਾਂ ਦੇ ਆਪਣੇ ਆਪਣੇ ਬਣਾ ਕੇ ਰੱਖਣੇ ਨੇ। ਬਾਕੀ ਇਸ ਤੋਂ ਵੱਧ ਜਿਹੜੀ ਕੋਈ ਗੱਲ ਨਹੀਂ ਹੈ। ਮੇਰਾ ਖਿਆਲ ਇਸ ਵੇਲੇ ਤਾਂ ਫਿਲਹਾਲ ਬੀਜੇਪੀ ਜਿੱਡੀ ਮਾੜੀ ਵਿਕਟ ਤੇ ਸਟਿੱਕੀ ਵਿਕਟ ਤੇ ਚਲੇ ਗਈ ਹੈ, ਤੇ ਅਗਲੇ ਦਿਨਾਂ 'ਚ ਹੋਰ ਉਹਨਾਂ ਨੂੰ ਜਿਹੜੀ ਆ ਹੀਟ ਇਸ ਮੁੱਦੇ ਤੇ ਉਹ ਫੇਸ ਕਰਨੀ ਪੈਣੀ ਆ। ਤੇ ਇਹਦੇ ਨਾਲ ਹੀ ਅਕਾਲੀ ਦਲ ਜਿਵੇਂ ਫਟਾਫਟ ਹੁਣ 1 ਤਰੀਕ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਦੁਬਾਰਾ ਫਿਰ ਪੰਜਾਬ ਦੇ ਵਿੱਚ ਜਿਹੜਾ ਮਾਰਚ ਕਰਾਂਗੇ, ਚੰਡੀਗੜ੍ਹ ਆਵਾਂਗੇ, ਮਤਲਬ ਮੋਹਾਲੀ 'ਚ ਪਹੁੰਚਾਂਗੇ, ਉੱਥੋਂ ਚੰਡੀਗੜ੍ਹ ਪਹੁੰਚਾਂਗੇ। ਉਸੇ ਦਿਨ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਵੀ ਜਿਹੜਾ ਅੰਦੋਲਨ ਹੋਏਗਾ। ਇਹ ਟਕਰਾਉਣ ਦਾ ਕੰਮ ਕਿਉਂ ਕਰ ਰਿਹਾ ਹੈ ਅਕਾਲੀ ਦਲ? ਪਹਿਲੀ ਤਾਂ ਗੱਲ ਜਿਹੜੀ ਜਿੱਥੋਂ ਤੱਕ ਬੀਜੇਪੀ ਦੀ ਹੈ ਨਾ, ਮੈਂ ਜੰਮੂ ਸਾਹਿਬ ਇੱਕ ਜ਼ਰੂਰ ਗੱਲ ਕਹਾਂਗਾ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ, ਸਾਰੀਆਂ ਜਿਹੜੀਆਂ ਕਿਸਾਨ ਜਾਂ ਬਾਕੀ ਜਿੰਨੀਆਂ ਵੀ ਫੋਰਸਿਸ ਆ, ਬੜਾ ਕੌਨਸ਼ੀਅਸ ਰਹਿਣਾ ਚਾਹੀਦਾ ਕਿ ਇਹ ਲੜਾਈ ਜਿਹੜੀ ਹੈ ਕਿਤੇ ਇਹ ਨਾ ਬਣ ਜਾਵੇ ਕਿ ਪੰਜਾਬ ਦੀ ਕਿਸਾਨੀ ਜਾਂ ਪੰਜਾਬ ਦੇ ਲੋਕ ਇੱਕ ਪਾਸੇ ਤੇ ਬੀਜੇਪੀ ਦੇ ਲੋਕ ਇੱਕ ਪਾਸੇ। ਦੇਖੋ ਇਹ ਲੜਾਈ ਜਿਹੜੀ ਸਿਆਸਤ ਦੀ ਹੈ, ਤੁਸੀਂ ਜਾ ਕੇ ਕਿਸੇ ਤੇ ਹਮਲਾ ਕਰਨਾ, ਕਿਸੇ ਤੇ ਇਸ ਤਰ੍ਹਾਂ ਕਰਨਾ, ਇਹ ਚੀਜ਼ਾਂ ਅਵੋਇਡ ਹੋਣੀਆਂ ਚਾਹੀਦੀਆਂ। ਸਿਆਸੀ ਤੌਰ ਤੇ ਨੰਗਾ ਉਹਨਾਂ ਨੂੰ ਕਰਨਾ ਚਾਹੀਦਾ। ਦੂਸਰੀ ਗੱਲ ਜਿਹੜੀ ਹੈ ਤੁਸੀਂ ਕਿਹਾ ਕਿ ਅਕਾਲੀ ਦਲ ਦੀ, ਦੇਖੋ ਉਹਨਾਂ ਦੀ ਮਜਬੂਰੀ ਵੀ ਇੱਕ ਬਣ ਚੁੱਕੀ ਹੈ ਜਿਸ ਨੂੰ ਅਜੇ ਉਹ ਮੰਨਣ ਲਈ ਤਿਆਰ ਨਹੀਂ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ। ਸੁਖਬੀਰ ਬਾਦਲ ਨੇ ਖੁਦ ਕਿਹਾ ਕਿ ਜਿੰਨੇ ਸਾਡੇ ਇਕੱਠ ਆ, ਚੱਕਾ ਜਾਮ, ਸੋ ਕਾਲਡ ਚੱਕਾ ਜਾਮ ਜਿਹੜਾ ਇਹਨਾਂ ਨੇ ਸਲੋਗਨ ਦਿੱਤਾ ਸੀ, ਕਾਲ ਦਿੱਤੀ ਸੀ, ਉਹਦੇ ਵਿੱਚ ਉਹ ਇਕੱਠ ਨਹੀਂ ਹੋਏ। ਇਸ ਕਰਕੇ ਉਹਨਾਂ ਨੂੰ ਇੱਕ ਤਾਂ ਖਦਸ਼ਾ ਇਹ ਹੈ ਕਿ ਜੇ ਅਸੀਂ ਗਏ ਨਾ ਸਾਂਝੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਨਾਲ ਗਏ ਤਾਂ ਸਾਨੂੰ ਕਿਸੇ ਨੇ ਵੜਨ ਨਹੀਂ ਦੇਣਾ ਹੈ। ਜੋ ਉਹਨਾਂ ਦਾ ਅੰਦਰ ਕੰਬਦਾ, ਦੇਖੋ ਜਿਹੜੇ ਪਾਪ ਹੈ ਨਾ ਜੰਮੂ ਸਾਹਿਬ, ਪੰਜਾਬੀ 'ਚ ਆਪਾਂ ਕਹਿੰਦੇ ਕਿ ਪਾਪ ਕੰਬਦੇ ਆ, ਇਹ ਉਹਨਾਂ ਦੇ ਜਿਹੜੇ ਪਾਪ ਕੀਤੇ ਨੇ ਨਾ, ਉਹ ਪਾਪ ਜਿਹੜੇ ਆ ਇਹਨਾਂ ਬਾਦਲਾਂ ਦੇ ਕੰਬਦੇ ਨੇ। ਇਸ ਕਰਕੇ ਉਹ ਜੁਰਤ ਨਹੀਂ ਕਰ ਰਿਹਾ ਕਿ ਅਸੀਂ ਜਿਹੜਾ ਵਾ ਬਾਕੀਆਂ ਦੇ ਵਿੱਚ ਆਈ। ਪਰ ਵੇਖੋ ਇਨਸਾਨੀਅਤ ਜਾਂ ਜਿਹੜੀ ਹੈ ਨਾ ਇੱਕ ਉੱਚਤਾ ਇਸ ਗੱਲ ਦੇ ਵਿੱਚ ਹੁੰਦੀ ਹੈ। ਵੱਡੀ ਗੱਲ ਜਿਹੜੀ ਸਾਡੇ ਗੁਰੂਆਂ ਨੇ ਵੀ ਕਿਹਾ ਕਿ ਜੇ ਗਲਤੀ ਹੁੰਦੀ ਆ ਤਾਂ ਉਹਦਾ ਸਿੱਧਾ ਮਾਫੀ ਲੋਕਾਂ ਤੋਂ ਮੰਗੋ। ਮਾਫੀ ਜਿਹੜਾ ਵਾ ਸਭ ਤੋਂ ਵੱਡੀ ਜਿਹੜੀ ਇੱਕ ਹੰਬਲ ਵੀ ਚੀਜ਼ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਤੁਹਾਨੂੰ ਕਲੀਅਰ ਵੀ ਕਰਦੀ ਵੀ ਹਾਂ ਚੱਲ ਕੋਈ ਗੱਲ ਨਹੀਂ, ਵੱਡੀ ਤੋਂ ਵੱਡੀ ਗਲਤੀ ਵੀ ਜਿਹੜੀ ਆ ਉਹ ਮਾਫ ਹੁੰਦੀ ਹੈ। ਸਿੱਧੇ ਤੌਰ ਤੇ ਸਭ ਤੋਂ ਪਹਿਲਾਂ ਮੰਨਣਾ ਚਾਹੀਦਾ ਕਿ ਹਾਂ ਸਾਡੀ ਇਹ ਗਲਤੀ ਸੀ। ਇੰਨਾ ਚਿਰ ਤੱਕ ਮੋਦੀ ਦੀ ਸਪੋਰਟ ਕਰਨਾ, 2 ਮਹੀਨੇ ਤੱਕ ਮੋਦੀ ਦਾ ਪ੍ਰੋਪੇਗੰਡਾ ਦੋਵਾਂ ਮੀਆਂ ਬੀਬੀ ਨੇ ਕਰਨਾ, ਬਾਕੀ ਲੀਡਰਾਂ ਨੇ ਕਰਨਾ, ਵੱਡੇ ਬਾਦਲ ਨੇ ਵੀ ਕੀਤਾ। ਤੇ ਪੀਟੀਸੀ ਜਿਹੜਾ ਇਹਨਾਂ ਦਾ ਬੱਚਾ ਵਾ ਸਾਰਾ ਦਿਨ ਕੰਮ ਹੀ ਇਹ ਕਰਦਾ ਸੀ। ਜਿੰਨੇ ਉੱਥੇ ਡਿਬੇਟਾਂ ਹੁੰਦੀਆਂ ਸੀ ਸਾਰਿਆਂ ਦੇ ਵਿੱਚੋਂ ਜਿਹੜਾ ਐਂਕਰ ਸੀ ਉਹਨਾਂ ਦਾ ਉਹ ਇੱਕ ਤੋਤੇ ਵਾਂਗੂ ਜਿਹੜਾ ਨਾ ਮਤਲਬ ਹੁੰਦਾ ਇੱਕ ਘੜਿਆ ਘੜਾਇਆ ਸਵਾਲ ਪੁੱਛਦਾ, ਦੱਸੋ ਇਹਦੇ ਵਿੱਚ ਕਿੱਥੇ ਲਿਖਿਆ ਕਿ ਤੁਹਾਨੂੰ MSP ਨਹੀਂ ਮਿਲੇਗੀ, ਦੱਸੋ ਮੈਨੂੰ ਪੜ੍ਹਾਓ ਐਕਟ ਦੇ ਵਿੱਚ। ਤੇ ਜਦੋਂ ਕਹਿੰਦੇ ਸੀ ਨਾ ਤੂੰ ਇਹ ਦੱਸ ਵੀ ਲਿਖਿਆ ਕਿੱਥੇ ਹੈ ਕਿ MSP ਦੇਣਗੇ, ਤੇ ਫਿਰ ਉਹਦਾ ਜਵਾਬ ਨਹੀਂ ਸੀ ਹੁੰਦਾ। ਇਹ ਸਾਰਾ PTC 2-2.5 ਮਹੀਨਿਆਂ ਦੇ ਵਿੱਚ ਇਹੀ ਜਿਹੜਾ ਰਾਗ ਹੈ ਇਹਨਾਂ ਦਾ ਅਲਾਪਦਾ ਰਿਹਾ।
ਇਸ ਕਰਕੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮਾਫੀ ਮੰਗਣ, ਖੁੱਲ੍ਹ ਕੇ ਮੰਗਣ ਕਿ ਹਾਂ ਇਹ ਸਾਡੀ ਗਲਤੀ ਹੋਈ ਆ, ਪੰਜਾਬ ਦੇ ਲੋਕੋ ਸਾਨੂੰ ਮਾਫ ਕਰੋ, ਅਸੀਂ ਤੁਹਾਡੇ ਨਾਲ ਆ, ਦਿਲੋਂ ਨਾਲ ਆ। ਤੇ ਉਹ ਸ਼ੋਅ ਕਰ, ਪ੍ਰੈਕਟਿਸ ਦੇ ਵਿੱਚ ਸ਼ੋਅ ਕਰਨ ਕਿ ਹਾਂ ਅਸੀਂ ਨਾਲ ਆ। ਜਿਹੜੇ ਲੋਕਾਂ ਦੇ ਇਕੱਠ ਹੈ ਉਹਨਾਂ ਦੇ ਵਿੱਚ ਇਕੱਠੇ ਹੋ ਕੇ ਕਾਲ ਕਰਨ। ਅੱਜ ਲੋੜ ਹੈ ਕਿ ਜਿੰਨੀ ਘੱਟ ਤੋਂ ਘੱਟ ਡਿਵੀਜ਼ਨ ਹੋਵੇ ਉਨੀ ਹੀ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਹੈ ਤੇ ਵੱਧ ਤੋਂ ਵੱਧ ਯੂਨਿਟੀ ਜਿਹੜੀ ਹੋਵੇ। ਪਹਿਲੀ ਵਾਰ ਆ ਜੰਮੂ ਸਾਹਿਬ ਮੈਂ ਦੇਖਿਆ, ਮੇਰਾ ਵੀ 40 ਸਾਲ ਦਾ ਜਿਹੜਾ ਇੱਕ ਪੋਲੀਟੀਕਲ ਕੈਰੀਅਰ ਦੇਖਦੇ ਰਹੇ ਨੇੜਿਓਂ, ਕਿ ਸਾਰੀਆਂ ਪੰਜਾਬ ਦੀਆਂ 31 ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਬਾਕੀ ਮਜ਼ਦੂਰ, ਯੂਥ ਤੇ ਸਾਰੇ ਜਿਹੜੇ ਲੋਕ ਹੈ ਉਹ ਇਕੱਠੇ ਹੋ ਕੇ ਇਹ ਜਿਹੜਾ ਇੱਕ ਮੰਚ ਤੇ ਆ ਕੇ ਸਾਰੀਆਂ ਸਿਆਸੀ ਪਾਰਟੀਆਂ ਲਗਭਗ ਇੱਕ ਮੰਚ ਤੇ ਆ ਕੇ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਤਾਂ ਕਿ ਪੰਜਾਬ ਨੂੰ ਬਚਾਇਆ ਜਾਵੇ। ਔਰ ਮੈਂ ਦੇਖਿਆ ਜੀ ਕਿ ਪਿਛਲੇ 25-30 ਸਾਲਾਂ ਦੇ ਵਿੱਚ ਮੇਰਾ ਪਹਿਲੀ ਵਾਰ ਐਕਸਪੀਰੀਅੰਸ ਹੈ ਕਿ ਜਿਹੜਾ ਅਸੀਂ ਕਹਿੰਦੇ ਸੀ ਕਿ ਸਾਡਾ ਪੰਜਾਬ ਦਾ ਯੂਥ ਤੇ ਡਰੱਗ ਦੇ ਵਿੱਚ, ਨਸ਼ਿਆਂ ਦੇ ਵਿੱਚ ਮਰ ਗਿਆ, ਸਾਡਾ ਪੰਜਾਬ ਦਾ ਯੂਥ ਤੱਕ ਗੀਤਾਂ ਦੇ ਵਿੱਚ ਜਿਹੜਾ ਵਾ ਉਹ ਹੈ ਗਿਆ, ਇਹ ਗੱਲਾਂ ਕਰਕੇ ਜਿਹੜਾ ਅਸੀਂ ਇੱਕ ਇੰਪ੍ਰੈਸ਼ਨ ਬਣਾਇਆ ਗਿਆ ਸੀ ਪੰਜਾਬ ਦੇ ਯੂਥ ਦੇ ਬਾਰੇ ਦੇ ਵਿੱਚ, ਉਹ ਯੂਥ ਸਭ ਤੋਂ ਅੱਗੇ ਹੋ ਕੇ ਆਇਆ। ਔਰਤਾਂ ਸਭ ਤੋਂ ਅੱਗੇ ਹੋ ਕੇ ਇਸ ਲੜਾਈ ਦੇ ਵਿੱਚ ਆਈਆਂ, ਨੌਜਵਾਨ ਲੜਕੀਆਂ ਇਸ ਲੜਾਈ ਦੇ ਵਿੱਚ ਅੱਗੇ ਹੋ ਕੇ ਆਈਆਂ। ਔਰ ਇਹ ਪੰਜਾਬ ਦੇ ਭਵਿੱਖ ਦੇ ਲਈ ਬਹੁਤ ਹਾਂ ਪੱਕੀ ਚੀਜ਼ ਹੈ, ਕਿਉਂਕਿ ਜਿਹੜਾ ਭਵਿੱਖ ਹੈ ਪੰਜਾਬ ਦਾ ਉਹ ਇਹ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹੈ। ਇਹ ਬੜੀ ਚੰਗੀ ਗੱਲ ਹੈ ਕਿ ਇਸ ਜਿਹੜਾ ਅਖਾੜੇ ਦੇ ਵਿੱਚ ਆ ਕੇ ਅੱਗੇ ਹੋ ਕੇ ਲੜ ਰਹੇ ਨੇ। ਔਰ ਜਿਹੜਾ ਇਹਦੇ ਨਾਲ ਪੰਜਾਬ ਦਾ ਜਿਹੜਾ ਫਿਊਚਰ ਹੈ, ਪੰਜਾਬ ਦਾ ਭਵਿੱਖ ਹੈ, ਉਹ ਬੜਾ ਹਾਂ ਪੱਖੀ ਹੋਏਗਾ, ਬੜਾ ਸਿਕਿਉਰ ਹੋਏਗਾ। ਭੱਟ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।